Dear students, in the topic of differentiation, today we will discuss the concept of derivatives or derivatives as we pronounce normally कि जो ਅਸੀਂ differentiation ਦਾ concept ਪੜ੍ਹ ਰਹੇ ਸੀ ਉਸ ਦੇ ਵਿੱਚ ਜੋ next ਸਾਡਾ topic ਹੈ ਉਹ ਅਵਕਲਜ ਜੋ ਕਿ ਸਾਡਾ ਮੇਨ ਟੌਪਿਕ ਹੈ ਜਿਸ ਤੇ ਕਿ ਨਿਊਮੈਰੀਕਲ ਪੁੱਛੇ ਜਾਂਦੇ ਹਨ ਇਹ ਪੜਾਂਗੇ ਸੋ ਲੈਟ ਅਸ ਡਿਸਕਸ ਇਟਸ ਬੇਸਿਕਸ ਕਿ ਅਸੀਂ ਇਹਦੀਆਂ ਕੁਝ ਬੁਨਿਆਦੀ ਧਾਰਨਾਵਾਂ ਪਹਿਲਾਂ ਸਮਝੀਏ ਇਹ ਡੈਰੀਵੇਟਿਵਸ ਕੀ ਨੇ ਡੈਰੀਵੇਟਿਵ ਵਗੈਰਾ ਅਸੀਂ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਹਾਂ ਇਹ ਕੀ ਹੈ ਕਿ ਐਕਚੁਅਲੀ ਇਸ ਨੂੰ ਮੈਥਮੈਟੀਕਲੀ ਜਾਂ ਇਕਨੋਮਿਕਸ ਦੇ ਵਿੱਚ ਇਸ ਦਾ ਕੀ ਇਸਤੇਮਾਲ ਹੈ ਇਹ ਵੀ ਦੇਖਿਆ ਜਾਏਗਾ ਸੋ ਫਸਟ ਲੈਟ ਅਸ ਸੀ ਇਟਸ meaning. In introduction we can say the process of finding the rate of change in a function is known as differentiation. The result so obtained is called derivative. ਕਿ ਜਦੋਂ ਅਸੀਂ ਕੋਈ ਫੰਕਸ਼ਨ ਜਾਂ ਫਲਨ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦੋ ਵੇਰੀਏਬਲ ਹਨ ਇੱਕ ਵੇਰੀਏਬਲ ਹੈ ਜੋ ਸੁਤੰਤਰ ਹੈ ਤੇ ਦੂਸਰਾ ਨਿਰਭਰ ਹੈ ਜਿਸ ਤਰ੍ਹਾਂ ਕਿ ਆਪਾਂ ਲਿਖਦੇ ਹਾਂ ਕਿ ਲਿਖਿਆ ਸੀ ਕਿ y is function of x ਸੋ ਹੁਣ ਇੱਥੇ ਦੇਖਿਆ ਜਾਏਗਾ ਕਿ ਜਦੋਂ x ਵਿੱਚ ਪਰਿਵਰਤਨ ਹੋਏਗਾ ਤਾਂ ਇਸ ਦਾ ਅਸਰ y ਤੇ ਪਏਗਾ y ਦੀ ਵੈਲਿਊ ਵੀ ਪਰਿਵਰਤਿਤ ਹੋ ਜਾਏਗੀ ਸੋ the process of finding the rate of change in a function is known as differentiation. The result so obtained is called derivative. ਕਿ ਜਿਸ ਤਰ੍ਹਾਂ ਕਿ ਅਸੀਂ ਕਹਿੰਦੇ ਹਾਂ ਜਦੋਂ ਅਸੀਂ ਭਾਗ ਕਰਦੇ ਹਾਂ ਤਾਂ ਜੋ ਉਸ ਦਾ ਰਿਜ਼ਲਟ ਹੈ ਉਸਨੂੰ ਭਾਗਫਲ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਡਿਫਰੈਂਸ਼ੀਏਸ਼ਨ ਦਾ ਜੋ ਪ੍ਰੋਸੈਸ ਹੈ ਇਟ ਇਜ਼ ਪ੍ਰੋਸੈਸ ਆਫ ਫਾਈਂਡਿੰਗ ਰੇਟ ਆਫ ਚੇਂਜ ਕਿ ਜਦੋਂ x ਵਿੱਚ ਪਰਿਵਰਤਨ ਹੋਇਆ ਹੈ ਤੇ y ਵਿੱਚ ਕਿੰਨਾ ਪਰਿਵਰਤਨ ਹੋਇਆ ਯਾਨੀ ਕਿ ਇਹਨਾਂ ਦੋਨਾਂ ਵਿੱਚ ਪਰਿਵਰਤਨ ਦੀ ਦਰ ਕੀ ਹੈ at rate the rate at which y is changing with respect to x. In economics we deal with rate of change like marginal growth, increasing and decreasing returns, marginal cost, marginal revenue etc. So ਅਸੀਂ economics ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਜੋ ਸਮਾਨਤ ਲਾਗਤ ਜਾਂ ਅਸੀਂ ਸਮਾਨਤ ਆਮਦਨ ਸਮਾਨਤ ਉਪਯੋਗਤਾ ਆਦि marginal utility, marginal cost, marginal revenue, then increasing returns to a factor, marginal production etc. ਇਹ concept ਪੜ੍ਹਦੇ ਹਾਂ ਤਾਂ ਇਹਨਾਂ ਦਾ ਸੰਬੰਧ ਜੋ ਹੈ ਉਹ ਇਸ ਦੇ ਨਾਲ ਹੀ ਹੈ ਰੇਟ ਆਫ ਚੇਂਜ ਦੇ ਨਾਲ ਕਿ ਜਦੋਂ ਸਪੋਜ਼ ਅਸੀਂ ਇਨਪੁਟ ਵਿੱਚ ਪਰਿਵਰਤਨ ਕੀਤਾ ਹੈ ਤਾਂ ਆਊਟਪੁੱਟ ਵਿੱਚ ਕਿੰਨਾ ਪਰਿਵਰਤਨ ਆਇਆ ਹੈ ਲੇਬਰ ਦੀ ਇੱਕ ਇਕਾਈ ਜਾਂ ਵਾਧੂ ਇਸਤੇਮਾਲ ਕਰਨ ਦੇ ਨਾਲ ਪ੍ਰੋਡਕਸ਼ਨ ਦੇ ਵਿੱਚ ਟੋਟਲ ਪ੍ਰੋਡਕਸ਼ਨ ਵਿੱਚ ਕਿੰਨਾ ਵਾਧਾ ਹੋਇਆ ਤਾਂ ਉਸਨੂੰ ਅਸੀਂ ਸਮਾਨਤ ਉਤਪਾਦਨ ਕਿਹਾ ਸੀ ਸੋ ਇਹ ਮਾਰਜਨਲ ਕਨਸੈਪਟ ਹੀ ਆਲਮੋਸਟ ਜਿਸ ਤਰ੍ਹਾਂ ਅਸੀਂ ਇਹ ਰੇਟ ਆਫ ਚੇਂਜ ਦੀ ਗੱਲ ਕਰ ਰਹੇ ਹਾਂ ਉਹਦੇ ਨਾਲ ਸੰਬੰਧਿਤ ਹੈ ਤੇ ਅਸੀਂ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿਸ਼ੇ ਵਿੱਚ ਇਹ ਕਾਫੀ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਧਾਰਨਾਵਾਂ ਪੜ੍ਹੀਆਂ ਹਨ ਦੈਨ ਬੇਸਿਕ ਕਨਸੈਪਟਸ ਸੋ ਵਾਟ ਆਰ the basic concept related to derivatives so rate of change the rate of change in a dependent variable is due to a small change in independent variable this is of three types ਕਿ ਜਦੋਂ ਵੀ ਸੁਤੰਤਰ ਚਰ ਜੋ ਹੈ x ਉਸ ਵਿੱਚ ਪਰਿਵਰਤਨ ਹੋਏਗਾ ਤਾਂ y ਦੇ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਇਹ ਜੋ ਦਰ ਹੈ ਪਰਿਵਰਤਨ ਦੀ ਦਰ ਤਿੰਨ ਤਰ੍ਹਾਂ ਨਾਲ ਆਪਾਂ ਪੜ੍ਹ ਸਕਦੇ ਹਾਂ ਫਸਟ ਐਵਰੇਜ rate of change. The average rate of change is the average value of variable under consideration over an interval of time ਕਿ ਕਿਸੇ ਵੀ ਚਰ ਦੀ ਸਮੇਂ ਦੇ ਕਿਸੇ ਅੰਤਰਾਲ ਦੇ ਵਿੱਚ ਔਸਤ ਮੁੱਲ ਕਿੰਨਾ ਹੈ ਫੋਰ ਐਗਜ਼ਾਮਪਲ ਇਫ y is function of x ਜਿਸ ਤਰ੍ਹਾਂ ਅਸੀਂ ਆਮ ਕਰਕੇ ਲਿਖਦੇ ਹਾਂ ਜਨਰਲ ਫਾਰਮ ਦੇ ਵਿੱਚ ਕਿ ਜੋ y ਹੈ ਉਹ x ਤੇ ਨਿਰਭਰ ਕਰਦਾ ਹੈ y is function of x if x changes to x plus h ਕਿ ਜੇ x ਦੇ ਵਿੱਚ ਚੇਂਜ ਜੋ ਆ ਰਹੀ ਹੈ x plus h ਯਾਨੀ ਕਿ ਨਵੀਂ ਵੈਲਿਊ ਜੋ ਹੈ ਉਹ x plus h ਹੋ ਜਾਏਗੀ then change in the dependent variable y will be f x plus h minus fx ਯਾਨੀ ਕਿ ਡੈਲਟਾ y ਹੈ f x plus h minus fx ਸੋ ਇਹ ਹੈ ਜੋ y ਦੀ ਪੁਰਾਣੀ ਵੈਲਿਊ ਤੇ ਇਹ ਹੈ ਜੋ ਨਵੀਂ ਵੈਲਿਊ ਸੋ ਇਹ ਹੋਰ ਕੁਝ ਨਹੀਂ ਹੈ ਇਹ ਉਹੀ ਹੈ ਜਿਸ ਨੂੰ ਅਸੀਂ ਵੈਲਿਊ ਆਫ ਅ ਫੰਕਸ਼ਨ ਐਟ ਅ ਪੁਆਇੰਟ ਪੜ੍ਹਿਆ ਸੀ so the new point is this x plus h this change occurs in the value of dependent variable for a change of h in the independent variable therefore the average rate of change is in y or fx is equal to f x plus h
minus fx over h, where h is not equal to 0. This is in denominator, this cannot be 0. We can understand it like this. Suppose we draw a functional relation in form of a curve. Here is y, here is x. So suppose we can take example of total revenue curve, which looks like this. So here y is function of x. So now how we can understand the idea of rate of change? So this is y fx here. So when x changes, suppose earlier we are somewhere at this point, and then change take place in x. So from this to this, suppose I mark this point A and B. So accordingly there is change in y. So what change takes place in y? It depends upon the functional relation कि ਅਸੀਂ ਐਕਚੁਅਲੀ ਕਿਸ ਤਰ੍ਹਾਂ ਇਹਨੂੰ ਪੜ੍ਹ ਰਹੇ ਹਾਂ ਕਿ ਜੋ x ਵਿੱਚ ਚੇਂਜ ਕਿੰਨੀ ਆਈ ਹੈ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ, ਤੇ ਜੇ x ਵਿੱਚ ਚੇਂਜ ਆਈ ਹੈ ਤਾਂ ਇਸ ਦਾ ਅਸਰ y ਤੇ ਪਏਗਾ। ਸੋ ਇਹ ਜੋ ਚੇਂਜ ਹੈ ਉਹ x ਦੀ ਹੈ ਤੇ ਇੱਧਰ ਜੋ ਚੇਂਜ ਹੈ ਉਹ y ਦੀ ਚੇਂਜ ਹੈ, ਅਸੀਂ ਅੱਗੇ ਵੀ ਦੇਖਾਂਗੇ। ਸੋ ਇਸ ਨੂੰ ਜੋ ਆਪਾਂ ਔਸਤ ਦਰ ਕਹਿ ਰਹੇ ਹਾਂ ਉਹ ਕੀ ਹੈ ਕਿ ਜਦੋਂ ਪਹਿਲਾਂ ਅਸੀਂ ਇਸ ਪੁਆਇੰਟ ਦੇ ਉੱਤੇ ਹਾਂ ਇੱਥੇ at this and then this, so at this we put the value of x is equal to a, so f a, then we get the value of y. So for we get c and d here, this may be point e, this may be point f. So when we put the value of x is equal to a, we get this c, the value of y. But we are interested in finding out the change, rate of change. So how we find? So earlier this is the value of yc when x is a, then change in x has taken place from a to b. So this change, this part, now we can understand it as given in the formula, it is h. So this is the change that has taken place in x. So what is new x or the new value of x independent variable is actually o to b. O to b, see this. But instead of writing ob, mathematically we write it fx plus h. So this is the x here means the original value of x, this a, plus then h this. So this is x plus h. Actually this is the new value of x which is here, and then we need to find out the change. We can find out like this. This is the value of function when x is ob or x plus h. Then we subtract in from this fx, means the value of the function when x was equal to a, original value or previous value here. So this is h, this is the change in x variable, this much, this h, and we divide the change in function, in the functional value fx plus h minus fx divided by the change in x. So we get average, on average how much change has taken place in y whenever there is change in x. So what is change in x? h. So this is nothing but delta x, जो आप आगे जाके देखेंगे। सो इस तरह से ये भी समझ सकते हैं कि ਜਦੋਂ ਅਸੀਂ x plus h ਲਿਖਿਆ ਇਹਦਾ ਅਰਥ ਹੋਰ ਕੁਝ ਨਹੀਂ ਹੈ, ਇਹ ਜਦੋਂ x ਦੀ ਨਵੀਂ ਵੈਲਿਊ b ਆ ਗਈ ਹੈ ਤਾਂ ਅਸੀਂ ਤੇ ਐਕਚੁਅਲੀ ਅਸੀਂ fb minus fa ਲਿਖ ਦਾਂਗੇ, ਪਰ ਅਸੀਂ ਇਸ ਫਾਰਮੂਲੇ ਨੂੰ ਜਿਸ ਤਰ੍ਹਾਂ ਪੜ੍ਹਦੇ ਹਾਂ ਜਾਂ ਅੱਗੇ ਡੈਰੀਵੇਟਿਵ ਜਿਸ ਤਰ੍ਹਾਂ ਇਸ ਦਾ ਸਿੰਬਲ ਯੂਜ਼ ਕੀਤੇ ਜਾਂਦੇ ਹਨ ਤਾਂ ਅਸੀਂ ਇਸ ਨੂੰ ਜ਼ਿਆਦਾਤਰ ਇਸ ਤਰ੍ਹਾਂ ਹੀ ਲਿਖਦੇ ਹਾਂ fx plus h ਜਨਰਲ ਫਾਰਮ ਵਿੱਚ। ਇਟ ਮੀਨਸ for any previous original value of independent variable plus the change in independent variable. This is actually the new value of independent variable minus the fx, means the previous or original value of x we put here,
and we get the value of y. So this is new value of y here, this is old value of y fx here when it was a divided by h. So change in independent variable leads to change in dependent variable. So this is rate of change. This is the change in independent variable, this is the change in dependent variable. This is nothing but delta y, this is nothing but delta x. So this is how we can understand the concept of average rate of change. Next is instantaneous rate of change. The limiting value of average rate of change at the point x is called instantaneous rate of change. ਤਬਦੀਲੀ ਦੀ ਤੁਰੰਤ ਦਰ ਕਿਸੇ ਦਿੱਤੇ ਹੋਏ ਬਿੰਦੂ x ਉੱਤੇ ਤਬਦੀਲੀ ਦੀ ਔਸਤ ਦਰ ਦੇ ਸੀਮਾਬੱਧ ਮੁੱਲ ਨੂੰ ਤਬਦੀਲੀ ਦੀ ਤੁਰੰਤ ਦਰ ਕਿਹਾ ਜਾਂਦਾ ਹੈ। ਕਿ ਜਿਸ ਤਰ੍ਹਾਂ ਅਸੀਂ ਇਹ ਦੇਖਿਆ ਸੀ ਕਿ x ਵਿੱਚ ਕਿੰਨੀ ਚੇਂਜ ਆਈ ਹੈ, ਤਾਂ ਜੇ ਅਸੀਂ ਉਸ ਚੇਂਜ ਨੂੰ ਸੀਮਾ ਵਿੱਚ ਬੰਨ੍ਹ ਕੇ ਰੱਖੀਏ ਜਾਂ ਕਿਸੇ ਸੀਮਾ ਤੈਅ ਕਰ ਦਈਏ, ਜਿਸ ਤਰ੍ਹਾਂ ਕਿ x ਵਿੱਚ ਚੇਂਜ ਬਹੁਤ ਛੋਟੀ ਹੈ ਕਿ ਉਹ ਇੱਕ ਬਿੰਦੂ ਦੀ ਤਰ੍ਹਾਂ ਨਜ਼ਰ ਆ ਰਹੀ ਹੈ, ਤਾਂ ਉਸ ਨੂੰ ਅਸੀਂ ਤੁਰੰਤ ਤਬਦੀਲੀ ਦੀ ਦਰ ਜਾਂ ਤਬਦੀਲੀ ਦੀ ਤੁਰੰਤ ਦਰ ਕਹਿ ਰਹੇ ਹਾਂ। ਕਿ ਜਦੋਂ x ਵਿੱਚ ਥੋੜਾ ਜਿਹਾ ਵੀ ਪਰਿਵਰਤਨ ਆਏਗਾ ਤਾਂ y ਵਿੱਚ ਪਰਿਵਰਤਨ ਕਿੰਨਾ ਹੋਏਗਾ। ਦੈਨ ਮਾਰਜਨਲ ਰੇਟ ਆਫ ਚੇਂਜ, ਤਬਦੀਲੀ ਦੀ ਸਮਾਨਤ ਦਰ। ਦ ਮਾਰਜਨਲ ਰੇਟ ਆਫ ਚੇਂਜ is a change over a particular small change of a related variable। ਜਿਸ ਤਰ੍ਹਾਂ ਕਿ ਅਸੀਂ ਮਾਰਜਨਲ ਕਾਸਟ ਪੜ੍ਹਦੇ ਹਾਂ ਜਾਂ ਮਾਰਜਨਲ ਰੈਵਨਿਊ ਪੜ੍ਹਦੇ ਹਾਂ ਕਿ ਕੁੱਲ ਆਮਦਨ ਵਿੱਚ ਕਿੰਨਾ ਪਰਿਵਰਤਨ ਹੋਇਆ ਹੈ, ਕੁੱਲ ਰੈਵਨਿਊ ਵਿੱਚ ਕਿੰਨਾ ਪਰਿਵਰਤਨ ਹੈ ਜਦੋਂ ਕਿ ਸੇਲ ਦੇ ਵਿੱਚ ਥੋੜਾ ਪਰਿਵਰਤਨ ਆਇਆ ਹੈ। ਸੋ ਅਸੀਂ ਮਾਰਜਨਲ ਰੇਟ ਦੇ ਕੰਸੈਪਟ ਜਾਣਦੇ ਹਾਂ, ਮਾਰਜਨ ਕਾਸਟ, ਮਾਰਜਨ ਰੈਵਨਿਊ, ਮਾਰਜਨਲ ਪ੍ਰੋਡਕਟਿਵਿਟੀ ਆਦਿ। ਦੈਨ ਇਨਕਰੀਮੈਂਟ, next basic concept we use is called increment, and increment is the change in the value of a variable x denoted by delta x. These are the symbols used for change in x, read as delta x. Similarly, the corresponding increment in y denoted by delta y. It may be positive or negative depending upon the nature of function, कि function किस तरह ਦਾ ਹੈ, functional ਸੰਬੰਧ ਕਿਸ ਤਰ੍ਹਾਂ ਦਾ ਹੈ, ਫਲਨ ਸੰਬੰਧ ਕਿਸ ਤਰ੍ਹਾਂ ਦਾ ਹੈ, ਉਹਦੇ ਅਨੁਸਾਰ ਇਹ ਚੇਂਜ ਨੈਗੇਟਿਵ ਜਾਂ ਪੋਜ਼ਿਟਿਵ ਵੀ ਹੋ ਸਕਦੀ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਜਦੋਂ ਅਸੀਂ ਡਿਮਾਂਡ ਦੀ ਗੱਲ ਕਰਦੇ ਹਾਂ ਤਾਂ ਜਦੋਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਤਾਂ ਮੰਗ ਦੇ ਵਿੱਚ ਕਮੀ ਹੋ ਜਾਂਦੀ ਹੈ, ਸੋ ਉਹ ਚੇਂਜ ਜੋ ਹੈ ਉਹ ਨੈਗੇਟਿਵ ਆਏਗੀ। ਸੋ ਇਸ ਨੂੰ ਅਸੀਂ ਇਨਕਰੀਮੈਂਟ ਕਹਿ ਰਹੇ ਹਾਂ ਕਿ ਜਿਸ ਨੂੰ ਅਸੀਂ ਵਾਧਾ ਕਿਹਾ ਹੈ ਕਿ ਜਦੋਂ ਆਤਮ ਨਿਰਭਰ ਚਰ x ਦੇ ਵਿੱਚ ਜੋ ਵਾਧਾ ਹੋਇਆ ਹੈ ਉਸ ਦੇ ਨਾਲ y ਵਿੱਚ ਕਿੰਨਾ ਵਾਧਾ ਹੋਇਆ ਹੈ, ਜੋ ਅਸੀਂ ਪਿਛਲੇ ਡਾਇਗਰਾਮ ਦੇ ਵਿੱਚ ਵੀ ਦੇਖ ਰਹੇ ਸੀ। Then incremental ratio, it is the ratio of increment in y to the increment in x, so delta y upon delta x। so ਜੇ ਅਸੀਂ ਪਿਛਲੀ ਜੋ ਐਗਜ਼ਾਮਪਲ ਦੇਖ ਰਹੇ ਸੀ ਇਹਨੂੰ ਦੇਖੀਏ ਤਾਂ ਇੱਥੇ ਇਸੇ ਡਾਇਗਰਾਮ ਵਿੱਚ ਆਪਾਂ ਹੁਣ ਦੇਖੀਏ ਤਾਂ ਆਹ ਜੋ ਚੇਂਜ ਹੈ ਇਸ ਨੂੰ ਅਸੀਂ ਡੈਲਟਾ x ਕਹਿੰਦੇ ਹਾਂ ਤੇ ਇਸ ਨੂੰ ਡੈਲਟਾ y। ਸੋ ਇਹ ਚੇਂਜ ਜੋ ਆਪਾਂ ਇੱਧਰ ਦੇਖ ਰਹੇ ਹਾਂ ਇਹ ਹੈ ਡੈਲਟਾ y, ਤੇ ਇਹ ਜੋ ਚੇਂਜ ਆਪਾਂ ਇੱਧਰ ਲੈ ਰਹੇ ਹਾਂ ਇਹ ਹੈ ਡੈਲਟਾ x। ਸੋ ਡੈਲਟਾ x ਡੈਲਟਾ y ਇਹੀ ਹੈ ਜੋ ਆਪਾਂ ਜਿਸ ਨੂੰ ਐਵਰੇਜ ਦੇ ਵਿੱਚ ਦੇਖ ਰਹੇ ਸੀ, ਐਵਰੇਜ ਰੇਟ, ਜਾਂ ਅਸੀਂ ਇਸ ਨੂੰ ਇਨਕਰੀਮੈਂਟ ਰੇਸ਼ੋ ਦੇ ਵਿੱਚ ਵੀ ਦੇਖ ਸਕਦੇ ਹਾਂ ਜਿਸ ਤਰ੍ਹਾਂ ਕਿ ਇੱਥੇ ਲਿਖਿਆ ਗਿਆ ਹੈ। ਨਾਓ ਵੀ ਕੈਨ ਡਿਫਾਈਨ what is meant by derivative of a function. Please note, the derivative of a function measures the rate of change of the function only at continuous points। ਕਿ ਕਿਸੇ ਫਲਨ ਦਾ ਅਵਕਲਜ ਸਿਰਫ ਨਿਰੰਤਰ ਬਿੰਦੂਆਂ ਉੱਤੇ ਫਲਨ ਦੀ ਤਬਦੀਲੀ ਦੀ ਦਰ ਨੂੰ ਮਾਪਦਾ ਹੈ। Therefore, if delta x is a change in the independent variable x resulting in a change delta y in the dependent variable y, the ratio of these increments is delta y upon delta x. The limit of this ratio as delta x approaches 0 is the instantaneous rate of change, and as such is the derivative of the function and is denoted by dy upon dx। ਸੋ ਹੁਣ ਧਿਆਨ ਦਿਓ ਜਿਸ ਨੂੰ ਅਸੀਂ ਡੈਰੀਵੇਟਿਵ ਕਹਿ ਰਹੇ ਹਾਂ ਹੋਰ ਕੁਝ ਨਹੀਂ ਹੈ, ਇਹ ਦੋ ਜੋ ਚਰ ਹਨ ਡਿਪੈਂਡੈਂਟ ਐਂਡ ਇੰਡੀਪੈਂਡੈਂਟ, ਕਿ ਆਤਮ ਨਿਰਭਰ ਤੇ ਨਿਰਭਰ ਚਰ ਜੋ ਹਨ ਉਹਨਾਂ ਦੀ ਜੋ ਇਨਕਰੀਮੈਂਟ ਜਾਂ ਵਾਧੇ ਦੀ ਦਰ ਹੈ ਡੈਲਟਾ y upon ਡੈਲਟਾ x ਨੂੰ ਕਹਿ ਰਹੇ ਹਾਂ। ਇਸ ਦਾ ਅਰਥ ਇਹ ਹੈ ਕਿ y ਵਿੱਚ ਕਿੰਨੀ ਚੇਂਜ ਆਈ ਹੈ ਜਦੋਂ x ਵਿੱਚ ਕੁਝ ਚੇਂਜ ਆਈ ਹੈ, ਤਾਂ ਇਸ ਰੇਸ਼ੋ ਦੀ ਜੋ ਲਿਮਟਿੰਗ ਵੈਲਿਊ ਅਸੀਂ ਲੈ ਰਹੇ ਹਾਂ ਇੰਪੋਰਟੈਂਟ ਹੈ। ਡੈਲਟਾ x ਅਪਰੋਚਸ ਟੂ 0,
ਕਿ ਜਦੋਂ x ਵਿੱਚ ਚੇਂਜ ਇੰਨੀ ਥੋੜੀ ਹੈ ਕਿ ਉਹ ਚੇਂਜ ਇੱਕ ਕੰਟੀਨਿਊਸ ਚੇਂਜ ਦੀ ਤਰ੍ਹਾਂ ਨਜ਼ਰ ਆ ਰਹੀ ਹੈ ਕਿ ਡੈਲਟਾ x ਵਿੱਚ ਚੇਂਜ ਹਾਲਾਂਕਿ ਇਕਨੋਮਿਕਸ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਅਸੀਂ ਕੀਮਤ ਦੇ ਵਿੱਚ ਚੇਂਜ ਜਾਂ ਇਨਪੁਟਸ ਦੇ ਵਿੱਚ ਚੇਂਜ ਜਾਂ ਸੇਲ ਦੇ ਵਿੱਚ ਚੇਂਜ ਇਦਾਂ ਨਹੀਂ ਲੈਂਦੇ ਕਿ ਚੇਂਜ ਬਹੁਤ ਥੋੜੀ ਹੈ ਬਟ ਨਾਓ ਵੀ ਆਰ dealing in mathematics. In mathematics we can say the change in x is so small that it approaches to zero ਕਿ x ਦੇ ਵਿੱਚ ਚੇਂਜ ਇੰਨੀ ਘੱਟ ਹੈ ਕਿ ਉਹ ਇੱਕ ਬਿੰਦੂ ਦੀ ਤਰ੍ਹਾਂ ਹੈ, ਇੱਕ ਬਹੁਤ ਥੋੜੀ ਚੇਂਜ ਹੈ। ਤਾਂ ਜੇ ਅਸੀਂ ਇਸ ਦੀ ਲਿਮਿਟਿੰਗ ਵੈਲਿਊ ਯਾਨੀ ਕਿ ਇਸ ਰੇਸ਼ੋ ਦੀ ਲਿਮਿਟਿੰਗ ਵੈਲਿਊ ਅਪ ਟੂ 0 ਲੈ ਲਈਏ ਤਾਂ ਇਹ ਕੀ ਬਣ ਜਾਂਦਾ ਹੈ, ਡੈਰੀਵੇਟਿਵ। ਯਾਨੀ ਕਿ ਜਦੋਂ ਨਿਰਭਰ ਚਰ ਦੇ ਵਿੱਚ ਆਤਮ ਨਿਰਭਰ ਚਰ ਦੇ ਵਿੱਚ ਬਹੁਤ ਥੋੜੀ ਇੰਨੀ ਥੋੜੀ ਕਿ ਉਹ ਇੱਕ 0 ਜਾਂ ਇੱਕ ਬਹੁਤ ਹੀ ਛੋਟੀ ਚੇਂਜ ਹੈ ਜਿਸ ਨੂੰ x approaches to 0 ਲਿਖਿਆ ਗਿਆ ਹੈ ਕਿ ਇਦਾਂ ਦੀ ਚੇਂਜ ਆਏਗੀ ਕਿ x ਵਿੱਚ ਹਲਕੀ ਜਿਹੀ ਵੀ ਪਰਿਵਰਤਨ ਆਏਗਾ ਤਾਂ y ਵਿੱਚ ਕਿੰਨਾ ਪਰਿਵਰਤਨ ਆਏਗਾ। ਜਦੋਂ ਅਸੀਂ ਇਸ ਨੂੰ ਮੈਜ਼ਰ ਕਰਦੇ ਹਾਂ ਤਾਂ ਇਹੀ ਕੀ ਬਣ ਜਾਂਦਾ ਹੈ, ਡੈਰੀਵੇਟਿਵ। ਸੋ ਇਸ ਤਰ੍ਹਾਂ ਅਸੀਂ ਇਹਨੂੰ ਸਮਝ ਸਕਦੇ ਹਾਂ ਕਿ ਡੈਰੀਵੇਟਿਵ ਦਾ ਮੀਨਿੰਗ ਕੀ ਹੈ ਕਿ ਇਹ ਹੋਰ ਕੁਝ ਨਹੀਂ ਹੈ ਜੋ ਅਸੀਂ ਇਹ ਡੈਲਟਾ y ਅਪੋਨ ਡੈਲਟਾ x ਜਿਸ ਨੂੰ ਅਸੀਂ ਇੰਕਰੀਮੈਂਟ ਰੇਸ਼ੋ ਕਿਹਾ ਸੀ, ਜੇ ਅਸੀਂ ਇਸ ਵਿੱਚ x ਵਿੱਚ ਚੇਂਜ ਇੱਕ ਬਹੁਤ ਹੀ ਥੋੜੀ ਚੇਂਜ ਲੈ ਲਈਏ, ਇੰਨੀ ਥੋੜੀ ਕਿ ਉਹ 0 ਹੀ ਆਲਮੋਸਟ, ਤਾਂ ਫਿਰ ਉਹ ਜੋ ਇੰਸਟੈਂਟੇਨੀਅਸ ਰੇਟ ਆਫ ਚੇਂਜ ਤੁਰੰਤ ਤਬਦੀਲੀ ਦੀ ਦਰ ਹੈ ਉਹੀ ਕੀ ਬਣ ਜਾਂਦੀ ਹੈ, ਉਸ ਦਾ ਡੈਰੀਵੇਟਿਵ। Then definition, in the words of S.G.B. Henry, the derivative of a function y is function of x is defined as dy upon dx। ਇਹੀ ਸਿੰਬਲ ਆਪਾਂ ਜ਼ਿਆਦਾਤਰ ਇਸਤੇਮਾਲ ਕਰਦੇ ਹਾਂ। Here LMIM means limiting value, so limiting value of x approaches 0 delta y upon delta x। ਤੇ ਅਸੀਂ ਇਹ ਵੀ ਦੇਖਿਆ ਸੀ ਕਿ y ਵਿੱਚ ਕਿੰਨੀ ਚੇਂਜ ਹੈ, ਜਦੋਂ ਆਪਾਂ f ਜਾਂ ਫੰਕਸ਼ਨ ਜੋ ਹੈ ਉਹਦੇ ਵਿੱਚ x ਦੀ ਨਵੀਂ ਵੈਲਿਊ ਲਿਖ ਦਾਂਗੇ ਤਾਂ ਉਹ ਹੈ x plus delta x, ਜੋ ਪੁਰਾਣੀ x plus ਜਿੰਨੀ ਚੇਂਜ ਆਈ ਹੈ ਇਹ ਨਵੀਂ ਵੈਲਿਊ ਬਣ ਜਾਏਗੀ ਮਾਈਨਸ fx ਡਿਵਾਈਡ ਬਾਈ ਡੈਲਟਾ x। ਸੋ ਜਿੱਥੇ ਅਸੀਂ h ਲਿਖਿਆ ਸੀ ਇਹ ਹੁਣ ਕੀ ਹੈ, ਡੈਲਟਾ x ਉਹੀ ਹੈ। ਸੋ ਲਿਮਿਟਿੰਗ ਵੈਲਿਊ ਆਫ ਡੈਲਟਾ x ਅਪਰੋਚਸ 0 ਕਿ x ਦੇ ਵਿੱਚ ਚੇਂਜ ਬਹੁਤ ਹੀ ਥੋੜੀ ਹੈ, ਇੰਨੀ ਥੋੜੀ ਹੈ ਕਿ ਉਹ 0 ਹੀ ਆਲਮੋਸਟ ਸਮਝੀ ਜਾਏਗੀ। ਵਿਚ ਇਜ਼ ਦਾ gradient of function as increment in x which we have written as delta x tend to 0। It is usually written in any of the following equivalent ways। ਅਸੀਂ ਇਸ ਨੂੰ ਹੇਠ ਦਿੱਤੇ ਕਿਸੇ ਵੀ ਤਰੀਕੇ ਨਾਲ ਜੋ ਹੈ ਉਹ ਲਿਖ ਸਕਦੇ ਹਾਂ। ਸੋ ਜਿਸ ਤਰ੍ਹਾਂ ਅਸੀਂ dy upon dx ਔਰ dfx upon dx ਔਰ f dash x, ਸੋ ਜ਼ਿਆਦਾਤਰ ਅਸੀਂ ਇਸ ਦੇ ਜਿਹੜੇ ਦੋ dy upon dx ਜਾਂ f dash x ਇਹੀ ਸਿੰਬਲ ਯੂਜ਼ ਕਰਦੇ ਹਾਂ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਸ ਨੂੰ ਅਸੀਂ ਅਵਕਲਜ ਕਹਿ ਰਹੇ ਹਾਂ, ਇਹ ਫਲਨ ਦੇ ਉਤਾਰ ਚੜਾਵ ਦੀ ਸੀਮਾ ਹੈ। ਜਿਵੇਂ x ਵਿੱਚ ਵਾਧਾ ਜਿਸ ਨੂੰ ਅਸੀਂ ਡੈਲਟਾ x ਲਿਖਦੇ ਹਾਂ ਕਿ ਇਹ ਇਸ ਵਿੱਚ ਵਾਧਾ ਹੁੰਦਾ ਹੈ ਤਾਂ y ਦੀ ਵੈਲਿਊ ਵਿੱਚ ਕਿਸ ਤਰ੍ਹਾਂ ਦਾ ਪਰਿਵਰਤਨ ਆਉਂਦਾ ਹੈ, ਤਾਂ ਇਸ ਨੂੰ ਅਸੀਂ ਡੈਰੀਵੇਟਿਵ ਕਹਿ ਸਕਦੇ ਹਾਂ ਜਾਂ ਕਹਿੰਦੇ ਹਾਂ। Then notation of derivative, we write y is function of x like this। So we have two concepts or various concepts that or notations that we associate with derivative। First derivative, then we use it other second, third, fourth derivative as well, but normally we use first and second derivative only। The first derivative, as we write it delta y, so dy upon dx or f dash x। Then for the second derivative means derivative of derivative ਕਿ ਜੋ ਅਸੀਂ ਫੰਕਸ਼ਨ ਦਾ ਡੈਰੀਵੇਟਿਵ ਕੱਢਿਆ ਹੈ ਉਸ ਵਿੱਚ ਉਹਦਾ ਵੀ ਡੈਰੀਵੇਟਿਵ ਲੈਣਾ ਹੋਵੇ ਤਾਂ ਅਸੀਂ ਇਸ ਨੂੰ d ਸਕੁਅਰ y dx ਸਕੁਅਰ ਜਾਂ ਅਸੀਂ ਇੱਥੇ f ਡਬਲ ਡੈਸ਼ ਜਾਂ ਥਰਡ ਦੇ ਲਈ f ਟ੍ਰਿਪਲ ਡੈਸ਼ d ਕਿਊਬ y dx ਕਿਊਬ ਆਦਿ ਲਿਖ ਸਕਦੇ ਹਾਂ। ਤੇ ਇੱਥੇ ਅਸੀਂ ਇਨ ਜਨਰਲ ਔਰ nth ਡੈਰੀਵੇਟਿਵ ਲਈ d ਦੀ ਪਾਵਰ n y dx ਦੀ ਪਾਵਰ n, so this may be f ਦੀ ਪਾਵਰ here n x। so ਇਸ ਤਰ੍ਹਾਂ ਡਿਫਰੈਂਟ ਜੋ ਡੈਰੀਵੇਟਿਵ ਦੀਆਂ ਨੋਟੇਸ਼ਨਸ ਅਸੀਂ ਦੇਖ ਰਹੇ ਹਾਂ, ਫਸਟ ਡੈਰੀਵੇਟਿਵ, ਸੈਕੰਡ, ਥਰਡ ਐਂਡ ਅਪ ਟੂ ਐਨੀ ਨੰਬਰ, ਬਟ practically and in our syllabus we will deal with first and second derivative only when we solve the question of maxima and minima। ਸੋ ਦੋ ਤਰ੍ਹਾਂ ਦੇ ਨਾਲ ਡੈਰੀਵੇਟਿਵ, ਪਹਿਲਾ ਤੇ ਦੂਜਾ, ਇਹ ਹੀ ਪਹਿਲੇ ਅਤੇ ਦੂਜੇ ਅਵਕਲਜ ਜਿਹੜੇ ਨੇ ਉਹ ਲੱਭੇ ਜਾਂਦੇ ਹਨ। ਤੇ ਇਸ ਤੋਂ ਇਲਾਵਾ ਅਸੀਂ ਤੀਜੇ, ਚੌਥੇ, ਪੰਜਵੇਂ ਜਾਂ ਆਖਰ ਤੱਕ ਜਿਹੜੇ ਹੈ ਉਹ nth ਡੈਰੀਵੇਟਿਵ ਤੱਕ ਵੀ ਦੇਖ ਸਕਦੇ ਹਾਂ।
ਪਰ ਜ਼ਿਆਦਾਤਰ ਅਸੀਂ ਪਹਿਲਾ ਤੇ ਦੂਜਾ ਡੈਰੀਵੇਟਿਵ ਹੀ ਪੜਾਂਗੇ, ਇਸ ਦੇ ਨਾਲ ਸੰਬੰਧਿਤ ਸਵਾਲ ਕੀਤੇ ਜਾਣਗੇ। ਨਾਓ ਵੀ ਵਿਲ ਡਿਸਕਸ ਸਮ ਸਟੈਂਡਰਡ ਫਾਰਮੂਲੇ ਆਫ ਡੈਰੀਵੇਟਿਵ, ਕਿ ਇਸ ਦੇ ਕੁਝ ਜੋ ਸਟੈਂਡਰਡ ਫਾਰਮੂਲੇ ਲਿਖੇ ਜਾਂਦੇ ਹਨ ਉਹ ਕੀ ਹਨ, ਜਿਸ ਦੇ ਨਾਲ ਸੰਬੰਧਿਤ, ਜਿਸ ਨੂੰ ਇਸਤੇਮਾਲ ਕਰਕੇ ਅਸੀਂ ਸਵਾਲ ਜੋ ਹੱਲ ਕਰਾਂਗੇ। ਸੋ ਇਸ ਵਿੱਚ ਸਭ ਤੋਂ ਪਹਿਲਾਂ ਜੋ ਇੰਪੋਰਟੈਂਟ, ਜਿਸ ਨੂੰ ਅਸੀਂ ਪਾਵਰ ਫੰਕਸ਼ਨ ਰੂਲ ਕਹਿੰਦੇ ਹਾਂ, ਇਫ ਵੀ ਹੈਵ ਫੰਕਸ਼ਨ ਇਨ ਦ ਫਾਰਮ ਆਫ y, function of x like this, y is equal to x ਦੀ ਪਾਵਰ n, where n is called exponent or power of x। ਇੱਦਾਂ ਦੇ ਕੁਝ ਸਵਾਲ ਅਸੀਂ ਦੇਖਾਂਗੇ। ਇਹ ਬੜਾ ਬੇਸਿਕ ਫਾਰਮੂਲਾ ਹੈ ਜਿਹੜਾ ਕਿ ਹਰ ਸਵਾਲ ਦੇ ਵਿੱਚ ਇਸਤੇਮਾਲ ਹੋਏਗਾ, ਸੋ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਇਸ ਦੇ ਨਾਲ ਸੰਬੰਧਿਤ ਅਸੀਂ ਸਵਾਲ ਵੀ ਕੁਝ ਕਰਨੇ ਹਨ। ਸੋ ਜੇ ਫੰਕਸ਼ਨ ਸਾਡਾ ਇਹ ਹੈ ਕਿ y is x ਦੀ ਪਾਵਰ n, then dy upon dx or ddx of y। ਸੋ ਅਸੀਂ ਇਸ ਨੂੰ ਇਸ ਤਰ੍ਹਾਂ ਪੜ੍ਹਦੇ ਹਾਂ ਕਿ ਡੈਰੀਵੇਟਿਵ ਆਫ y with respect to x, ਕਿ ਜਦੋਂ x ਵਿੱਚ ਪਰਿਵਰਤਨ ਆਏਗੀ ਤਾਂ y ਵਿੱਚ ਕਿੰਨਾ ਪਰਿਵਰਤਨ ਹੋਏਗਾ। We use this very basic and standard formula, ddx or dy upon dx is equal to n x ਦੀ ਪਾਵਰ n minus 1। ਹਾਲਾਂਕਿ ਕੁਝ ਸਾਲ ਪਹਿਲਾਂ ਜੋ ਐਬ ਇਨੀਸ਼ੀਓ ਮੈਥਡ ਵਗੈਰਾ ਆਪਾਂ ਇਸਤੇਮਾਲ ਕਰਕੇ ਇਸ ਨੂੰ ਪ੍ਰੂਵ ਵੀ ਕਰਦੇ ਸੀ, ਪਰ ਇੱਥੇ ਅਸੀਂ ਕੋਈ ਡੈਰੀਵੇਟਿਵ ਦੀ ਕੋਈ ਜ਼ਿਆਦਾ ਜੋ ਉਸ ਦੀ ਥਿਊਰਮ ਵਗੈਰਾ ਪ੍ਰੂਵ ਨਹੀਂ ਕਰਨੀਆਂ ਹਨ। ਸੋ ਇਸ ਕਰਕੇ ਅਸੀਂ ਜੋ ਇਸ ਦੇ ਜੋ ਫਾਰਮੂਲੇ ਹਨ ਉਹੀ ਇਸਤੇਮਾਲ ਕਰਨੇ ਹਨ। ਛੋਟੇ ਸਵਾਲਾਂ ਲਈ ਜੋ ਅਸੀਂ ਇਸ ਦੇ ਰੇਟ ਆਫ ਚੇਂਜ ਜਾਂ ਟਾਈਪਸ, ਡੈਫੀਨੀਸ਼ਨ ਵਗੈਰਾ ਜਾਂ ਨੋਟੇਸ਼ਨ ਪੜ੍ਹੀਆਂ ਹਨ ਉਹ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ, ਪਰ ਜ਼ਿਆਦਾਤਰ ਜਿਹੜੇ ਸਾਡੇ ਸਵਾਲ ਨੇ ਉਹ ਇਹਨਾਂ ਰੂਲਸ ਦੇ ਉੱਤੇ ਨੇ ਜਿਨ੍ਹਾਂ ਨੂੰ ਇਸਤੇਮਾਲ ਕਰਕੇ ਅਸੀਂ ਨਿਊਮੈਰੀਕਲ ਹੱਲ ਕਰਨੇ ਹਨ। ਸੋ ਜਿਸ ਤਰ੍ਹਾਂ ਹੁਣ y ਕੋਈ ਇਸ ਤਰ੍ਹਾਂ ਦਾ ਫੰਕਸ਼ਨ ਹੈ, y is equal to x ਦੀ ਪਾਵਰ n, then we can simply say its derivative, differentiate y with respect to x, we get the result, means the result of differentiation is derivative is n x the power n minus 1. Now for example, if we have this type of question, y is equal to x the power 5, then we find it this like this, d by dx is equal to, initially we should write like this so that we don't make any mistake। ਸ਼ੁਰੂਆਤ ਦੇ ਵਿੱਚ ਅਸੀਂ ਇਸ ਤਰ੍ਹਾਂ ਸਟੈਪ ਵਾਈਜ਼ ਕਰਾਂਗੇ, ਅਦਰਵਾਈਜ਼ ਬਾਅਦ ਵਿੱਚ ਤੁਸੀਂ ਸਿੱਧਾ ਵੀ ਇਹਨੂੰ ਲਿਖ ਲਓਗੇ ddx of x ਦੀ ਪਾਵਰ 5। ਸੋ ਇਹ n ਜੋ ਹੈ ਅੱਗੇ ਆ ਜਾਏਗੀ, ਯਾਨੀ ਕਿ 5 ਅੱਗੇ ਆ ਗਿਆ, n minus 1, 5 minus 1। ਸੋ ਇਸ ਦਾ ਆਨਸਰ ਆ ਗਿਆ ਹੈ, ਇਸ ਦਾ ਜਵਾਬ ਹੈ 5x ਦੀ ਪਾਵਰ 4। ਜੇ ਇੱਥੇ ਮਾਈਨਸ ਹੈ ਧਿਆਨ ਦਿਓ, ਇਹ ਮਾਈਨਸ ਐਜ਼ ਇਟ ਇਜ਼ ਅੱਗੇ ਆ ਜਾਏਗਾ, -3 - 1। ਸੋ ਮਾਈਨਸ ਮਾਈਨਸ ਐਡ ਹੋ ਜਾਣਗੇ, -3x ਦੀ ਪਾਵਰ -4। ਕੁਝ ਸਟੈਂਡਰਡ ਟਾਈਪਸ ਜਿਹੜੇ ਕਿ ਆਪਾਂ ਇਸ ਨਾਲ ਦੇਖ ਸਕਦੇ ਹਾਂ ਕਿ ਵੈਨ x is given like this, y is given like this, sorry, function like this, 1 upon x ਦੀ ਪਾਵਰ n। so when it is 1 upon, it means the power is negative, so n is negative here। suppose it is written differentiate y with respect to x or find derivative of this function, y is equal to 1 upon x ਦੀ ਪਾਵਰ 6। ਸੋ ਇੱਥੇ ਕਨਫਿਊਜ਼ ਨਹੀਂ ਹੋਣਾ ਹੈ, ਕੁਛ ਨਹੀਂ ਹੈ, ਇਸ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ। ਸੋ ਜਦੋਂ ਇਹ ਬਟੇ ਦੇ ਵਿੱਚ ਹੈ, ਨੀਚੇ ਹੈ, ਤਾਂ ਇਹ ਇਸ ਦੀ ਪਾਵਰ, ਇਹਦਾ ਮਤਲਬ ਨੈਗੇਟਿਵ ਹੈ, ਮਾਈਨਸ ਹੈ। ਸੋ ਵੀ ਜਸਟ ਰਾਈਟ ਦਿਸ, y is equal to x ਦੀ ਪਾਵਰ -6, dy upon dx -6 x ਦੀ ਪਾਵਰ, so -6 minus 1 we get -7। similarly here y is equal to 1 upon x ਦੀ ਪਾਵਰ 3/2, so this is negative, ਉੱਪਰ ਆਏਗਾ ਤਾਂ ਨੈਗੇਟਿਵ ਹੋ ਜਾਏਗਾ, ddx ਆਪਾਂ ਕੱਢ ਸਕਦੇ ਹਾਂ x -3/2, so -3/2 n x ਦੀ ਪਾਵਰ n minus 1, so -3/2 ਅੱਗੇ ਆ ਗਿਆ ਹੈ, x ਦੀ ਪਾਵਰ -3/2 -1, ਇਸ ਵਿੱਚੋਂ ਇੱਕ ਘਟਾਵਾਂਗੇ ਤਾਂ ਇਹ ਐਡ ਹੋ ਜਾਏਗਾ, ਤਾਂ 5/2 ਬਣ ਜਾਏਗੀ ਵੈਲਿਊ। ਸੋ ਦਿਸ ਇਜ਼ ਦਾ ਆਂਸਰ। ਸੋ ਇਸ ਤਰ੍ਹਾਂ ਆਪਾਂ ਇਹ ਸਵਾਲ ਕਰਾਂਗੇ। ਇੱਕ ਬੜਾ ਬੇਸਿਕ ਜਿਹਾ ਇਹ ਜੋ ਪਹਿਲਾ ਫਾਰਮੂਲਾ ਹੈ ਹਰ ਜਗ੍ਹਾ ਇਸਤੇਮਾਲ ਹੋਣਾ ਹੈ। ਦੈਨ ਜੇ ਫੰਕਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹੈ y is equal to ax ਦੀ ਪਾਵਰ n, ਯਾਨੀ ਕਿ x ਦੇ ਅੱਗੇ ਵੀ ਕੋਈ ਇਸ ਤਰ੍ਹਾਂ ਸਕੇਲਰ ਜਾਂ ਕੋਈ ਇੱਕ ਵੈਲਿਊ ਲਿਖੀ ਗਈ ਹੈ, ਸੋ ddx dy upon dx n ਅੱਗੇ ਆ ਜਾਏਗਾ ਐਜ਼ ਇਟ ਇਜ਼, n ਜੋ ਹੈ a ਦੇ ਨਾਲ ਮਲਟੀਪਲਾਈ ਹੋ ਜਾਏਗਾ x n minus 1। ਸੋ ਇਫ ਵੀ ਹੈਵ y is equal to 4 x ਦੀ ਪਾਵਰ 5, so its derivative ddx we get this n, so n ਜਿਹੜੀ ਹੈਗੀ ਆ ਜਾਏਗੀ 4 × 5, ਇਹਦੇ ਚੋਂ ਇੱਕ n minus 1, so we get 20 x ਦੀ ਪਾਵਰ 4। so these are very basic questions regarding
ਡੈਰੀਵੇਟਿਵ। ਸੋ ਪਹਿਲਾਂ ਇਹਨਾਂ ਦੀ ਕੁਝ ਪ੍ਰੈਕਟਿਸ ਕਰੋ, ਬੜੇ ਸਿੰਪਲ ਸਵਾਲ ਨੇ, ਤਾਂ ਫਿਰ ਅਸੀਂ ਬਾਅਦ ਵਿੱਚ ਇਸ ਦੇ ਹੋਰ ਜ਼ਿਆਦਾ ਜਿਹੜੇ ਫਾਰਮੂਲੇ, ਜਿਸ ਤਰ੍ਹਾਂ ਅੱਗੇ ਜਾਵਾਂਗੇ ਥੋੜ੍ਹਾ ਜਿਹਾ ਹੋਰ ਅਸੀਂ ਥੋੜ੍ਹੇ ਮੁਸ਼ਕਲ ਸਵਾਲ ਕਰਾਂਗੇ। ਬਟ ਪਹਿਲਾਂ ਅਸੀਂ ਇਹ ਸਮਝ ਲਈਏ ਕਿ ਇਹਦਾ ਪਹਿਲਾ ਜੋ ਫਾਰਮੂਲਾ ਹੈ ਉਹ ਪਾਵਰ ਰੂਲ ਇਹ ਕੀ ਹੈ। ਸੋ dy upon dx is equal to n xn minus 1। ਸੋ in every question we will use this formula। ਹਰ ਸਵਾਲ ਦੇ ਵਿੱਚ ਇਹ ਇਸਤੇਮਾਲ ਹੋਣਾ ਹੈ। ਤੋਂ ਪਹਿਲਾਂ ਅਸੀਂ ਕੁਝ ਇਸ ਦੀ ਪ੍ਰੈਕਟਿਸ ਕਰਨੀ ਹੈ, ਬਾਅਦ ਵਿੱਚ ਅਸੀਂ ਅਗਲੇ ਸਵਾਲ ਦੇਖਾਂਗੇ। ਥੈਂਕ ਯੂ।